Dear student, last time ਅਸੀਂ ਜਿਹੜਾ dimensions of physical quantity ਬਾਰੇ ਅਸੀਂ discuss ਕਰ ਰਹੇ ਸੀਗੇ. Now today we will continue further. Now the physical quantity is pressure. Pressure ਬਾਰੇ ਤੁਸੀਂ ਸਭ ਨੇ ਸੁਣਿਆ ਹੀ ਹੈ ਕਿ pressure is equal to force per unit area. ਇੱਕ ਯੂਨਿਟ ਏਰੀਆ ਉੱਪਰ ਅਸੀਂ ਜਦੋਂ ਫੋਰਸ ਲਗਾਉਂਦੇ ਆ ਉਹਨੂੰ ਅਸੀਂ ਬੋਲਦੇ ਆ ਪ੍ਰੈਸ਼ਰ. ਕਿਸੇ ਵੀ ਜਗ੍ਹਾ ਦੇ ਉੱਤੇ ਅਸੀਂ ਫੋਰ ਐਗਜ਼ਾਮਪਲ ਆ ਹੈਂਡ ਹੈ, ਇਹਦੇ ਉੱਪਰ ਮੈਂ ਇੱਕ ਸਮਾਲ ਏਰੀਆ ਲੈ ਲਿਆ, ਇਹਦੇ ਉੱਪਰ ਮੈਂ ਫੋਰਸ ਅਪਲਾਈ ਕਰਦਾ, that will become pressure. ਜਿੰਨਾ ਏਰੀਆ ਘੱਟ ਹੋਏਗਾ ਉਹਨਾਂ ਜਿਹੜਾ ਹੈ ਉਸ ਪੁਆਇੰਟ ਦੇ ਉੱਪਰ ਜਿਹੜਾ ਪ੍ਰੈਸ਼ਰ ਹੁੰਦਾ ਹੈ ਉਹ ਜ਼ਿਆਦਾ ਹੁੰਦਾ ਹੈ. ਫੋਰ ਐਗਜ਼ਾਮਪਲ ਸਾਡੇ ਕੋਲ ਮੰਨ ਲਓ ਇੱਕ ਨੇਲ ਹੈ, ਨੇਲ ਦਾ ਜਿਹੜਾ ਪੁਆਇੰਟਡ ਐਂਡ ਹੁੰਦਾ ਹੈ ਉਹਦੀ ਜਿਹੜੀ ਆ ਉਹਦੇ ਬਿਲਕੁਲ ਏਰੀਆ ਨਹੀਂ ਹੈ ਦੇਖੋ, ਤੇ ਬਾਈ ਚਾਂਸ ਅਸੀਂ ਉਹਨੂੰ ਥੋੜਾ ਜਿਹਾ ਹੀ ਅਸੀਂ ਦਬਾਉਂਦੇ ਆ ਤੇ ਇੱਕਦਮ ਜਿਹੜਾ ਹੈ ਸਾਨੂੰ ਉਹ ਚੁੱਪ ਜਾਂਦਾ ਹੈ. ਕਾਰਨ ਜਿੰਨਾ ਏਰੀਆ ਘੱਟ ਹੋਏਗਾ ਫॉर ਅ ਗਿਵਨ ਫੋਰਸ ਸਾਡਾ ਪ੍ਰੈਸ਼ਰ ਜਿਹੜਾ ਹੋਏਗਾ ਉਹ ਜ਼ਿਆਦਾ ਹੋਏਗਾ. ਇਹਨੂੰ ਅਸੀਂ ਬਾਅਦ ਵਿੱਚ ਡਿਸਕਸ ਕਰਾਂਗੇ. ਨਾਓ ਪ੍ਰੈਸ਼ਰ ਦਾ ਫਾਰਮੂਲਾ ਫੋਰਸ ਪਰ ਯੂਨਿਟ ਏਰੀਆ, ਤੇ ਫੋਰਸ ਦੀ ਡਾਇਮੈਂਸ਼ਨ ਮੈਂ ਤੁਹਾਨੂੰ ਪਹਿਲਾਂ ਵੀ ਕਹੀ ਸੀ, ਇਹਨੂੰ ਅਸੀਂ ਯਾਦ ਰੱਖਣੀ ਹੈ ਕਿਉਂਕਿ ਬਾਰ-ਬਾਰ ਯੂਜ਼ ਹੋਣੀ ਹੈ. ਫੋਰਸ ਦੀ ਡਾਇਮੈਂਸ਼ਨ m1 l1 t-2 ਡਿਵਾਈਡਡ ਬਾਈ ਸਾਡੇ ਕੋਲ ਆ ਜਾਏਗਾ ਏਰੀਆ. ਏਰੀਆ ਵਾਸਤੇ l2 ਕਿਉਂਕਿ ਏਰੀਆ ਦਾ ਯੂਨਿਟ ਹੁੰਦਾ ਹੈ ਮੀਟਰ ਸਕੁਅਰ, ਇੱਥੇ ਆ ਜਾਏਗਾ ਲੈਂਥ ਉੱਪਰ ਆ ਗਈ ਤੁਹਾਡੀ 2 ਆ ਗਈ. ਵੈਸੇ ਫੋਰਸ ਦਾ ਫਾਰਮੂਲਾ ਜੇ ਤੁਹਾਨੂੰ ਲਿਖਣਾ ਹੋਵੇ, ਸਾਨੂੰ ਪਤਾ ਹੈ ਕਿ ਫੋਰਸ ਦਾ ਜਿਹੜਾ ਫਾਰਮੂਲਾ ਹੈ ਮਾਸ ਨੂੰ ਮਲਟੀਪਲਾਈ ਕਰ ਦਾਂਗੇ ਅਸੀਂ ਐਕਸਲਰੇਸ਼ਨ ਦਾ ma, ਉਥੋਂ ਇਹ ਡਾਇਮੈਂਸ਼ਨ ਅਸੀਂ ਨਿਕਾਲੀ ਸੀ ਅੱਗੇ. Now m1 l1 t-2 over l2 and we get ਸਾਡੇ ਕੋਲ ਆ ਜਾਏਗਾ m1 l ਵਾਲੀਆਂ ਟਰਮਸ ਇਕੱਠੀਆਂ ਕਰਨੀਆਂ, ਇਹ ਜਦੋਂ ਉੱਪਰ ਜਾਏਗੀ ਸਾਡੇ ਕੋਲ -2 ਹੋ ਜਾਏਗੀ ਤੇ then we get -1 -2 ਸਾਡੇ ਕੋਲ ਆ ਜਾਏਗਾ -1 and this is t ਦੇ ਉੱਪਰ ਤੁਹਾਡੇ ਕੋਲ ਆਏਗਾ -2. This is the dimensional formula for pressure. m1 l-1 t-2. ਇਹ ਜਿਹੜੀਆਂ ਪਾਵਰਸ ਹੁੰਦੀਆਂ ਨੇ ਫੰਡਾਮੈਂਟਲ ਜਿਹੜੇ ਸਾਡੀਆਂ ਕੁਆਂਟੀਟੀਜ਼ ਉੱਤੇ ਜਿਹੜੀ ਪਾਵਰਸ ਨੇ ਦੇ ਆਰ ਕਾਲਡ ਦਾ ਡਾਇਮੈਂਸ਼ਨ ਆਫ ਅ ਫਿਜ਼ੀਕਲ ਕੁਆਂਟੀਟੀ. ਇੱਥੋਂ ਸਾਨੂੰ ਪਤਾ ਲੱਗਦਾ ਹੈ ਕਿ ਕੋਈ ਫਿਜ਼ੀਕਲ ਕੁਆਂਟੀਟੀ ਜਿਹੜੀ ਹੈ ਇਹਨਾਂ ਫੰਡਾਮੈਂਟਲ ਦੇ ਉੱਪਰ ਡਿਪੈਂਡ ਕਰਦੀ ਹੈ ਕਿ ਨਹੀਂ ਕਰਦੀ, ਡਾਇਰੈਕਟਲੀ ਹੈ ਕਿ ਇਨਡਾਇਰੈਕਟਲੀ. ਇਹਦੇ ਵਿੱਚੋਂ ਮਾਸ ਦੇ ਡਾਇਰੈਕਟਲੀ ਹੋ ਗਈ, ਲੈਂਥ ਉੱਪਰ -1 ਹੈ ਇਨਵਰਸਲੀ ਹੋ ਗਈ, t ਦੇ ਉੱਪਰ ਤੁਹਾਡੇ ਕੋਲ -2 ਹੈ. ਨਾਓ the next fundamental quantity is stress. ਇਸ ਤੋਂ ਬਾਅਦ ਸਾਡੇ ਕੋਲ ਜਿਹੜੀ ਹੈ ਫੰਡਾਮੈਂਟਲ ਕੁਆਂਟੀਟੀ ਹੈ ਸਟ੍ਰੈਸ. ਸਟ੍ਰੈਸ ਵੀ ਇੱਕ ਕਿਸਮ ਦਾ ਪ੍ਰੈਸ਼ਰ ਵਾਂਗੂ ਹੀ ਹੈ. ਜਿਹੜਾ ਪ੍ਰੈਸ਼ਰ ਹੈ ਅਸੀਂ ਕਈ ਵਾਰੀ ਲਿਕੁਇਡ ਫਾਰਮ 'ਚ ਜਦੋਂ ਹੁੰਦਾ ਹੀ ਜ਼ਿਆਦਾ ਉਹਨੂੰ ਪ੍ਰੈਸ਼ਰ ਬੋਲ ਦਿੰਦੇ ਆ ਕਿ ਪ੍ਰੈਸ਼ਰ ਲਿਕੁਇਡ ਦਾ ਪ੍ਰੈਸ਼ਰ ਕਿੰਨਾ ਹੈ. ਤੇ ਜੇ ਸੋਲਿਡ ਬਾਡੀ ਦੀ ਗੱਲ ਕਰੀਏ ਤੇ ਉਹਨੂੰ ਅਸੀਂ ਦਬਾਈਏ then it is called stress. Stress is same, it is given by the force. वैसे लिखते हैं normal force, ਇਹਨੂੰ ਤੁਸੀਂ ਬਾਅਦ ਵਿੱਚ ਡਿਸਕਸ ਕਰੋਗੇ, force divided by area. Stress ਵੀ force per unit area ਹੀ ਹੈ. Now this is a force over area. ਤੇ ਜੇ ਫਿਜ਼ੀਕਲ ਕੁਆਂਟੀਟੀ ਸੇਮ ਨੇ ਤੇ ਜੇ ਇਹਦੀ ਵੀ ਡਾਇਮੈਂਸ਼ਨ ਦੀ ਗੱਲ ਕਰਾਂਗੇ ਸਾਡੇ ਕੋਲ ਡਾਇਮੈਂਸ਼ਨ ਸੇਮ ਆਏਗੀ m1 l-1 t-2. ਇਹਦਾ ਮਤਲਬ ਸਾਡੇ ਕੋਲ ਦੋ ਫਿਜ਼ੀਕਲ ਕੁਆਂਟੀਟੀ ਸੇਮ ਹੋ ਗਈ, ਇੱਕ ਸਟ੍ਰੈਸ ਤੇ ਦੂਸਰੀ ਹੋ ਗਈ ਸਾਡੇ ਕੋਲ ਪ੍ਰੈਸ਼ਰ. ਇਹਨਾਂ ਦੋਨਾਂ ਦੀ ਡਾਇਮੈਂਸ਼ਨਸ ਜਿਹੜੀਆਂ ਨੇ ਉਹ ਸੇਮ ਹੁੰਦੀਆਂ ਨੇ. ਕੱਲ ਵੀ ਅਸੀਂ ਇੱਕ ਲਾਸਟ ਲੈਕਚਰ ਦੱਸਿਆ ਸੀ ਕਿ give an example of two physical quantities having same dimension. ਕੱਲ ਆਇਆ ਸੀ impulse ਤੇ linear momentum, ਉਹਨਾਂ ਦੋਨਾਂ ਦੀ ਡਾਇਮੈਂਸ਼ਨ ਸੇਮ ਹੈ. ਤੇ ਅੱਜ ਇੱਕ ਹੋਰ ਐਗਜ਼ਾਮਪਲ ਸਾਡੇ ਕੋਲ ਆ ਗਈ ਹੈ ਸਟ੍ਰੈਸ ਤੇ ਨਾਲ ਹੈ ਸਾਡੇ ਕੋਲ ਪ੍ਰੈਸ਼ਰ, ਇਹਨਾਂ ਦੀ ਵੀ ਡਾਇਮੈਂਸ਼ਨ ਜਿਹੜੀਆਂ ਨੇ ਉਹ ਸੇਮ ਹੁੰਦੀਆਂ ਨੇ. ਨਾਓ the next term is strain. strain ਕੀ ਚੀਜ਼ ਹੈ? ਫੋਰ ਐਗਜ਼ਾਮਪਲ ਮੇਰੇ ਕੋਲ ਕੋਈ ਬॉडी ਹੈ, ਮੰਨ ਲਓ ਜੇ ਬॉडी ਦੇ ਉੱਪਰ ਮੈਂ ਫੋਰਸ ਅਪਲਾਈ ਕਰਦਾ
ਮੇਰੇ ਕੋਲ ਬਾਲ ਹੈ ਪਲਾਸਟਿਕ ਦੀ ਜਾਂ ਰਬੜ ਦੀ, ਜਦੋਂ ਮੈਂ ਉਹਦੇ ਉੱਪਰ ਫੋਰਸ ਅਪਲਾਈ ਕੀਤੀ ਸਾਰੇ ਪਾਸੋਂ, then that will be your stress, force over area, ਉਹ ਤੁਹਾਡੀ ਸਟ੍ਰੈਸ ਹੋਏਗੀ ਸਾਰੇ ਪਾਸੋਂ ਜਿਹੜਾ ਤੁਸੀਂ ਪ੍ਰੈਸ਼ਰ ਪਾਇਆ, that will be your stress। ਤੇ ਜਦੋਂ ਉਸ ਸਟ੍ਰੈਸ ਕਰਕੇ ਕੀ ਹੋਏਗਾ, ਤੁਸੀਂ ਦੇਖੋਗੇ ਬਾਡੀ ਦੀ ਜਿਹੜੀ ਸ਼ੇਪ ਹੈ ਉਹਦਾ ਸਾਈਜ਼ ਜਿਹੜਾ ਹੈ ਉਹ ਚੇਂਜ ਹੋ ਜਾਂਦਾ ਹੈ, and that change in size, dimensions, length, breadth, height ਚ ਜਿਹੜੀ ਚੇਂਜ ਆਉਂਦੀ ਹੈ, that is called strain। strain ਜਿਹੜੀ ਹੈ ਇਹ ਸਟ੍ਰੈਸ ਕਰਕੇ ਪੈਦਾ ਹੁੰਦੀ ਹੈ। ਸਟ੍ਰੈਸ ਮੇਨ ਫੋਰਸ ਪਰ ਯੂਨਿਟ ਏਰੀਆ, ਅਸੀਂ ਬਾਹਰੋਂ ਫੋਰਸ ਲਗਾਈ, ਦੈਨ ਉਸ ਸਟ੍ਰੈਸ ਕਰਕੇ ਬਾਡੀ ਵਿੱਚ ਜਿਹੜੀ ਚੇਂਜਸ ਪੈਦਾ ਹੋਈਆਂ ਉਸ ਨੂੰ ਅਸੀਂ ਬੋਲਦੇ ਹਾਂ ਸਟ੍ਰੇਨ। ਐਂਡ ਸਟ੍ਰੇਨ ਇਜ਼ ਗਿਵਨ ਬਾਈ ਚੇਂਜ ਇਨ ਲੈਂਥ, ਅਸੀਂ ਇਸ ਲਿਖਾਂਗੇ ਕਨਫੀਗਰੇਸ਼ਨ, ਚੇਂਜ ਇਨ ਕਨਫੀਗਰੇਸ਼ਨ ਮੈਨੇ ਹੁੰਦਾ ਹੈ ਉਹਦੀ ਲੈਂਥ, ਉਹਦੀ ਬ੍ਰੈਡਥ, ਉਹਦੀ ਹਾਈਟ, ਉਹਦੀ ਸ਼ੇਪ, ਸਾਰਾ ਕੁਝ ਵਿੱਚ ਹੀ ਆ ਗਿਆ, ਡਿਵਾਈਡਡ ਬਾय ओरिजिनल कॉन्फ़िगरेशन। थले आ जाएगा ओरिजिनल कॉन्फ़िगरेशन। जे साडे कोल मान लो एक वायर है, वायर दे थले असी वेट बन देने, ज्यों ज्यों वेट थले वधाओगे वायर नूं असी इस तरह लटकाता, या स्प्रिंग है, स्प्रिंग दे थले असी जदों वेट बंधांगे ते देखोगे स्प्रिंग दी जिहड़ी है लेंथ वधनी शुरू होगी। जिहड़ा वेट है ਉਹਨੇ ਤੇ ਸਟ੍ਰੈਸ ਅਪਲਾਈ ਕੀਤੀ ਤੇ ਉਸ ਸਟ੍ਰੈਸ ਕਰਕੇ ਕੀ ਹੋਇਆ, ਜਿਹੜਾ ਸਪਰਿੰਗ ਹੈ ਉਹਦੀ ਲੈਂਥ ਵਧਣੀ ਸ਼ੁਰੂ ਹੋਈ, ਉਹਦੀ ਲੈਂਥ ਵਿੱਚ ਚੇਂਜ ਆਈ, ਡੈਟ ਇਜ਼ ਕਾਲਡ ਸਟ੍ਰੇਨ। ਸਟ੍ਰੈਸ ਕਰਕੇ ਜਿਹੜੀ ਹੈ ਉਹ ਸਟ੍ਰੇਨ ਪੈਦਾ ਹੁੰਦੀ ਹੈ। ਕਨਫੀਗਰੇਸ਼ਨ ਦਾ ਮਤਲਬ ਹੈ ਯੂ ਕੈਨ ਰਾਈਟ ਚੇਂਜ ਇਨ ਲੈਂਥ, ਥੱਲੇ ਆ ਜਾਏਗਾ ओरिजिनल ਲੈਂਥ, ਜਾਂ ਚੇਂਜ ਇਨ ਤੁਹਾਡੇ ਕੋਲ ਆ ਜਾਏਗਾ ਸਰਫੇਸ ਏਰੀਆ ਡਿਵਾਈਡਡ ਬਾਈ ਏਰੀਆ ਆ ਜਾਏਗਾ, ਚੇਂਜ ਇਨ ਵੋਲਿਊਮ ਡਿਵਾਈਡਡ ਬਾਈ ਵੋਲਿਊਮ, ਇਸ ਤਰ੍ਹਾਂ ਤੁਹਾਡੇ ਕੋਲ ਜਿਹੜੀ ਆਪਾਂ ਕਰ ਸਕਦੇ ਹਾਂ। ਨਾਓ इट इज इक्वल टू चेंज इन लेंथ, थले भी साडे कोल सेम कॉन्फ़िगरेशन सेम है, ऊपर चेंज इन लेंथ लिख लो। फॉर एग्जांपल साडी लेंथ विच जिहड़ी चेंज आई, चेंज इन लेंथ डिवाइडेड बाय साडे कोल आ जाएगा ओरिजिनल लेंथ। ऊपर भी लेंथ है थले भी लेंथ है, ਇਹਦਾ मतलब ਇਹਦੀ ਜੇ ਅਸੀਂ ਡਾਇਮੈਂਸ਼ਨ ਭਰਾਂਗੇ ਉੱਪਰ ਤੇ ਸਾਡੇ ਕੋਲ L ਆਏਗੀ ਤੇ ਥੱਲੇ ਵੀ ਸਾਡੇ ਕੋਲ L ਹੀ ਹੈ, ਇਹ ਦੋਨੋਂ ਕੈਨਸਲ ਹੋ ਕੇ ਸਾਡੇ ਕੋਲ ਆ ਗਿਆ 0, ਵਿੱਚ M ਵੀ 0, L ਵੀ 0 ਤੇ ਸਾਡੇ ਕੋਲ ਵਿੱਚ ਲਿਖ ਸਕਦੇ ਹਾਂ T ਵੀ 0। ਦਿਸ ਇਜ਼ ਦਾ ਡਾਇਮੈਂਸ਼ਨਲ ਫਾਰਮੂਲਾ ਫॉर ਸਟ੍ਰੇਨ। ਇਹ ਯਾਦ ਰੱਖਣਾ ਹੈ ਕਿ ਜਦੋਂ ਵੀ ਸਾਡੇ ਕੋਲ ਦੋ सेम टर्म दी रेशो आ जाए, जो भी साडे कोल दो टर्म जड़ियां सेम ने ओदी रेशो आ जाए ते साडे कोल जिहड़ा है उद दोनों दे जिहड़े यूनिट्स ने डायमेंशन कैंसल हो जांदियां। चेंज इन लेंथ ओवर ओरिजिनल लेंथ, चेंज इन वॉल्यूम ओवर ओरिजिनल वॉल्यूम, वॉल्यूम ओवर वॉल्यूम वो कैंसल हो जाएगा, साडे कोल कोई भी डायमेंशन जिहड़ी है वो नहीं बचेगी। स्ट्रेन आज असी पढ़ी है, पहली एग्जांपल पढ़ी है जिस दी डायमेंशन नहीं है, एदा कोई भी यूनिट नहीं है, जिस दी डायमेंशन नहीं होएगी उसका कोई जिहड़ा है यूनिट भी नहीं होता। नाउ स्ट्रेन दा फार्मूला तुहानू पता लग गया, चेंज इन कॉन्फ़िगरेशन ओवर ओरिजिनल कॉन्फ़िगरेशन। नाउ इस तो बाद साडे कोल एक टर्म आएगी कोएफिशिएंट ऑफ इलास्टिसिटी, कोएफिशिएंट of elasticity. It is a ratio of stress to the strain. Coefficient of elasticity. Elasticity ਜਿਹੜਾ ਹੈ ਇਹਦੇ ਬਾਰੇ ਪਹਿਲਾਂ ਥੋੜਾ ਜਿਹਾ ਡਿਸਕਸ ਕਰੀਏ। ਜਦੋਂ ਵੀ ਕਿਸੇ ਬਾਡੀ ਦੇ ਉੱਪਰ ਅਸੀਂ ਸਟ੍ਰੈਸ ਅਪਲਾਈ ਕਰਦੇ ਹਾਂ, ਜਿਵੇਂ ਸਾਡੇ ਕੋਲ ਮੰਨ ਲਓ ਕੋਈ ਰਬੜ ਹੈ ਜਾਂ ਸਾਡੇ ਕੋਲ ਇੱਕ ਰਬਰ ਬੈਂਡ ਹੈ, ਅਸੀਂ ਰਬਰ ਬੈਂਡ ਨੂੰ ਖਿੱਚਿਆ, ਅਸੀਂ ਬਾਹਰੋਂ ਫੋਰਸ ਅਪਲਾਈ ਕੀਤੀ, ਤੁਸੀਂ ਦੇਖਿਆ ਉਹਦੀ ਜਿਹੜੀ ਲੈਂਥ ਹੈ ਉਹ ਲੰਬੀ ਹੋ ਜਾਂਦੀ ਹੈ। ਜਦੋਂ ਅਸੀਂ ਫੋਰਸ ਲਗਾਣੀ ਬੰਦ ਕਰ ਦਿੰਦੇ ਆ ਫਿਰ ਕੀ ਹੁੰਦਾ ਹੈ, ਉਹ ਆਪਣੀ ओरिजिनल ਸ਼ੇਪ ਵਿੱਚ ਵਾਪਸ ਆ ਜਾਂਦਾ ਹੈ। ਐਂਡ the property by which the body come back to its original shape size when we
ਰਿਮੂਵ ਦਾ ਡਿਫਾਰਮਿੰਗ ਫੋਰਸ, ਜਦੋਂ ਬਾਹਰੋਂ ਅਸੀਂ ਸਟ੍ਰੈਸ ਲਗਾਣੀ ਬੰਦ ਕਰਤੀ, ਉਸ ਤੋਂ ਬਾਅਦ ਜਦੋਂ ਬਾਡੀ ਆਪਣੀ ओरिजिनल ਸ਼ੇਪ 'ਚ ਵਾਪਸ ਆ ਜੇ, ਦੈਨ ਇਸ ਪ੍ਰੋਪਰਟੀ ਦਾ ਨਾਮ ਹੁੰਦਾ ਹੈ ਇਲਾਸਟਿਸਿਟੀ। ਇਸ ਨੂੰ ਅਸੀਂ ਇਲਾਸਟਿਸਿਟੀ ਬੋਲਦੇ ਹਾਂ। ਇਹਨੂੰ ਅਸੀਂ ਡਿਟੇਲ 'ਚ ਜਿਹੜਾ ਹੈ ਨੈਕਸਟ ਚੈਪਟਰਾਂ 'ਚ ਪੜਾਂਗੇ। ਹਾਲੇ ਇੰਨਾ ਹੀ ਯਾਦ ਰੱਖਣਾ ਹੈ ਕਿ ਜਦੋਂ ਡਿਫਾਰਮਿੰਗ ਫੋਰਸ ਲਗਾਈਏ ਤੇ ਬਾਡੀ ਦੀ ਸ਼ੇਪ ਚੇਂਜ ਹੋ ਜਾਂਦੀ ਹੈ, ਤੇ ਜੇ ਅਸੀਂ ਡਿਫਾਰਮਿੰਗ ਫੋਰਸ ਜਿਹੜੀ ਹੈ ਵਿਦਿਨ ਇਲਾਸਟਿਕ ਲਿਮਿਟ ਲਗਾ ਕੇ ਰਿਮੂਵ ਕਰ ਦਈਏ ਤੇ ਬਾਡੀ ਜਿਹੜੀ ਹੈ ਆਪਣੀ ओरिजिनल ਸ਼ੇਪ 'ਚ ਵਾਪਸ ਆ ਜਾਂਦੀ ਹੈ। ਇਸ ਪ੍ਰੋਪਰਟੀ ਨੂੰ ਅਸੀਂ ਬੋਲਦੇ ਹਾਂ ਇਲਾਸਟਿਸਿਟੀ। ਤੇ ਕੋਐਫੀਸ਼ੀਐਂਟ ਆਫ ਇਲਾਸਟਿਸਿਟੀ ਜਿਹੜਾ ਫਾਰਮੂਲਾ ਹੈ, ਇਟ ਇਜ਼ ਸਟ੍ਰੈਸ ਡਿਵਾਈਡਡ ਬਾਈ ਸਟ੍ਰੇਨ। ਨਾਓ ਸਟ੍ਰੈਸ ਦੀ ਡਾਇਮੈਂਸ਼ਨ ਹੁਣੇ ਪੜੀ ਸੀ ਕਿ ਸਟ੍ਰੈਸ ਦੀ ਡਾਇਮੈਂਸ਼ਨ ਕੀ ਦੇ ਇਕੁਅਲ ਸੀ? ਪ੍ਰੈਸ਼ਰ ਦੇ ਇਕੁਅਲ। ਨਾਓ ਇਟ ਇਜ਼, ਜੇ ਪੂਰਾ ਫਾਰਮੂਲਾ ਲਿਖਣਾ ਹੈ then you can write force over ਸਾਡੇ ਕੋਲ ਆ ਗਿਆ ਏਰੀਆ, ਤੇ ਥੱਲੇ ਸਾਡੇ ਕੋਲ ਸਟ੍ਰੇਨ ਹੈ। ਸਟ੍ਰੇਨ ਵਾਸਤੇ ਸਾਡੇ ਕੋਲ ਚੇਂਜ ਇਨ configuration divided by ਸਾਡੇ ਕੋਲ ਆ ਜਾਏਗਾ original configuration। change in configuration divided by original configuration। ਇਸ ਦੀ ਤੇ ਆਪਾਂ ਹੁਣੇ ਪੜੀ ਕਿ ਕੋਈ ਡਾਇਮੈਂਸ਼ਨ ਹੀ ਨਹੀਂ ਹੈ। ਜੇ ਇਹਦੀ ਕੋਈ ਡਾਇਮੈਂਸ਼ਨ ਨਹੀਂ ਹੈ ਤੇ ਸਿਰਫ ਡਾਇਮੈਂਸ਼ਨ ਕਿਹਦੀਆਂ ਭਰਾਂਗੇ? ਅਸੀਂ ਸਟ੍ਰੈਸ ਦੀ ਹੀ ਭਰਾਂਗੇ। ਇਟ ਇਜ਼ ਡਾਇਮੈਂਸ਼ਨਲੈਸ ਕੁਆਂਟੀਟੀ। configuration over configuration ਹੈ ਤੁਹਾਡੇ ਕੋਲ ਕੈਨਸਲ ਹੋ ਜਾਏਗਾ and we get just only force over area। ਇਹਨੂੰ ਅਸੀਂ ਸੋਲਵ ਪਿੱਛੇ ਵੀ ਕੀਤਾ ਹੈ, ਉਥੋਂ ਦੇਖ ਸਕਦੇ ਹੋ ਸਾਡੇ ਕੋਲ m1 l-1 t-2, ਸਿਰਫ ਇਹੋ ਹੀ ਡਾਇਮੈਂਸ਼ਨ ਬਚੇਗੀ। m1 l-2 t-2 ਨੀਚੇ ਕਿਉਂ ਨਹੀਂ ਲਿਖਿਆ? ਕਿਉਂਕਿ ਸਟ੍ਰੇਨ ਜਿਹੜੀ ਹੈ ਉਹਦੀ ਕੋਈ ਵੀ ਡਾਇਮੈਂਸ਼ਨ ਨਹੀਂ ਹੁੰਦੀ। ਸਾਡੇ ਕੋਲ ਹੁਣ ਇੱਕ ਟਰਮ ਹੋਰ ਲੱਭ ਗਈ ਜਿਨ੍ਹਾਂ ਦੀ ਡਾਇਮੈਂਸ਼ਨ ਸੇਮ ਹੈ। ਸਟ੍ਰੈਸ ਤੇ ਕੋਐਫੀਸ਼ੀਐਂਟ ਆਫ ਇਲਾਸਟਿਸਿਟੀ, ਇਹਦੀ ਵੀ ਡਾਇਮੈਂਸ਼ਨਸ ਜਿਹੜੀਆਂ ਨੇ ਉਹ ਸੇਮ ਨੇ। ਹਾਂਜੀ, ਕਿਹੜੇ ਤਿੰਨ ਪੇਅਰ ਹੋ ਗਏ? ਨੰਬਰ 1 ਲੀਨੀਅਰ ਮੋਮੈਂਟਮ ਐਂਡ ਇੰਪਲਸ, same dimension. Number 2 pressure and stress, and you can also say it is also equal to coefficient of elasticity। ਇਹਨਾਂ ਦੀ ਤਿੰਨਾਂ ਦੀ ਹੀ ਡਾਇਮੈਂਸ਼ਨ ਜਿਹੜੀ ਹੈ ਉਹ ਸੇਮ ਹੈ। ਕੋਈ ਐਸੀ ਫਿਜ਼ੀਕਲ ਕੁਆਂਟੀਟੀ ਜਿਹਦੀ ਡਾਇਮੈਂਸ਼ਨ ਨਹੀਂ ਹੈ, ਉਹ ਕਿਹੜੀ ਆਈ ਸਾਡੇ ਕੋਲ? ਸਟ੍ਰੇਨ। ਸਟ੍ਰੇਨ ਦੀ ਡਾਇਮੈਂਸ਼ਨ ਕਿਉਂ ਨਹੀਂ ਹੈ? ਕਿਉਂਕਿ ਇਹ ਸੇਮ ਕੁਆਂਟੀਟੀ ਦੀ ਰੇਸ਼ੋ ਹੈ। ਉੱਪਰ ਲੈਂਥ ਥੱਲੇ ਲੈਂਥ, ਉੱਪਰ ਵੋਲਿਊਮ, ਇਸ ਤਰੀਕੇ ਨਾਲ ਤੁਹਾਡੇ ਕੋਲ ਆ ਜਾਏਗਾ ਥੱਲੇ ਜਿਹੜਾ ਤੁਹਾਡੇ ਕੋਲ ਵੋਲਿਊਮ ਆ ਗਿਆ। ਨਾਓ ਨੈਕਸਟ ਇਜ਼ ਐਂਗਲ। ਐਂਗਲ ਬਾਰੇ ਅਸੀਂ ਪਹਿਲਾਂ ਵੀ ਤੁਸੀਂ ਪੜ੍ਹਦੇ ਰਹੇ ਹੋ, ਜੋ 6th ਕਲਾਸ ਤੋਂ ਅਸੀਂ ਐਂਗਲ ਬਾਰੇ ਪੜ੍ਹਦੇ ਹਾਂ। ਐਂਗਲ ਜਿਹੜੇ ਨੇ, ਜਿਸ ਤਰ੍ਹਾਂ ਸਾਡੇ ਕੋਲ ਮੰਨ ਲਓ ਇੱਕ ਸਰਕਲ ਹੈ, ਇਟ ਇਜ਼ ਅ ਸੈਂਟਰ ਆਫ ਦਾ ਸਰਕਲ। ਐਂਗਲ ਬਣਾਉਣ ਵਾਸਤੇ ਸਾਨੂੰ ਜਿਹੜਾ ਹੈ ਪਹਿਲਾਂ 2 ਰੇਡੀਅਸ ਚਾਹੀਦੇ ਨੇ। ਸਰਕਲ ਦਾ ਜਿਹੜਾ ਹੈ ਰੇਡੀਅਸ ਹਰ ਜਗ੍ਹਾ ਤੇ ਸੇਮ ਹੈ। ਐਂਗਲ ਬਣਾਉਣ ਵਾਸਤੇ ਸਾਨੂੰ ਪਹਿਲਾਂ 2 ਰੇਡੀਅਸ ਤੇ ਇੱਕ ਸਾਨੂੰ ਜਿਹੜੀ ਹੈ ਇਹ ਆਰਕ ਚਾਹੀਦੀ ਹੈ। ਦਿਸ ਇਜ਼ ਐਨ ਆਰਕ। ਜਿਹੜਾ ਮੈਂ ਥੋੜਾ ਡਾਰਕ ਕਰਤਾ, ਇਹ ਜਿਹੜੀ ਚੀਜ਼ ਹੈ ਆਰਕ ਆਫ ਅ ਸਰਕਲ, ਸਰਕਲ ਦਾ ਇਹ ਆਰਕ। ਇਸ ਆਰਕ ਨੇ ਰੇਡੀਅਸ ਦੇ ਨਾਲ ਮਿਲ ਕੇ ਦੇਖੋ ਇਹ ਸੈਂਟਰ ਤੇ ਜਿਹੜਾ ਐਂਗਲ ਬਣਾਇਆ, ਦੇਖੋ ਆ। ਨਾਓ this angle depend upon the length of the arc। ਜੇ ਅਸੀਂ ਆਰਕ ਵੱਡੀ ਲਓਗੇ, ਜੇ ਮੰਨ ਲਓ ਇੱਥੇ ਤੱਕ ਅਸੀਂ ਆਰਕ ਲੈਣੇ ਆ, ਫਿਰ ਲਾਸਟ ਪੁਆਇੰਟ ਆ ਹੋਏਗਾ, ਸਾਡੇ ਕੋਲ ਐਂਗਲ ਜਿਹੜਾ ਹੈ ਵੱਡਾ ਹੋ ਜਾਏਗਾ। ਜਿਉਂ-ਜਿਉਂ ਆਰਕ ਦੀ ਲੈਂਥ ਵਧੇਗੀ, ਸਾਡਾ ਜਿਹੜਾ ਐਂਗਲ ਹੈ ਉਹਦਾ ਜਿਹੜਾ ਹੈ ਸਾਈਜ਼ ਵੀ ਜਿਹੜਾ ਹੈ ਉਹ ਵਧਦਾ ਜਾਏਗਾ। ਇਹਦਾ ਮਤਲਬ ਜਿਹੜਾ ਹੈ ਕਿ ਐਂਗਲ ਦੇ ਫਾਰਮੂਲੇ ਦੇ ਵਿੱਚ ਪਹਿਲੀ ਗੱਲ ਤੇ ਸਾਡੇ ਕੋਲ ਕੀ ਆਏਗੀ? ਲੈਂਥ ਆਫ ਆਰਕ ਡਿਵਾਈਡਡ ਬਾਏ, ਸਾਡੇ ਕੋਲ ਆ ਜਾਏਗਾ ਲੈਂਥ ਆਫ ਆਰਕ ਡਿਵਾਈਡਡ ਬਾਏ ਰੇਡੀਅਸ। ਰੇਡੀਅਸ ਦੇ ਨਾਲ ਅਸੀਂ ਜਿਹੜਾ ਹੈ ਇਹਨੂੰ ਡਿਵਾਈਡ ਕਰ ਦੇਣਾ। ਐਂਗਲ ਦਾ ਫਾਰਮੂਲਾ ਲੈਂਥ ਆਫ ਆਰਕ ਦੇ ਉੱਪਰ ਜਿਹੜਾ ਹੈ ਉਹ ਡਿਪੈਂਡ ਕਰਦਾ ਹੈ ਡਿਵਾਈਡਡ ਬਾਏ ਰੇਡੀਅਸ। ਨਾਓ ਲੈਂਥ, ਇਹਦੀ ਡਾਇਮੈਂਸ਼ਨ ਸਾਡੇ ਕੋਲ L ਆ ਗਈ, ਲੈਂਥ ਹੈ ਆਰਕ ਦੀ ਲੈਂਥ, ਉਹਦੀ ਡਾਇਮੈਂਸ਼ਨ L ਹੋ ਗਈ। ਨਾਓ ਨੀਚੇ ਜਿਹੜਾ ਰੇਡੀਅਸ ਹੈ, ਰੇਡੀਅਸ ਇਜ਼ ਆਲਸੋ ਅ ਲੈਂਥ ਫਰੋਮ ਦਾ ਸੈਂਟਰ
टू इट्स ਸਰਕਮਫਰੈਂਸ तक ਜਿਹੜਾ ਹੈ ਉਹਦਾ ਜਿਹੜਾ ਹੈ ਉਹਦੀ ਲੈਂਥ ਜਿਹੜੀ ਹੈ ਉਹ ਤੁਹਾਡੇ ਕੋਲ ਲੈਂਥ ਇਟ ਇਜ਼ ਆਲਸੋ ਰੇਡੀਅਸ ਵੀ ਸਾਡੇ ਕੋਲ ਲੈਂਥ ਹੋਗੀ ਲੈਂਥ ਡਿਵਾਈਡਡ ਬਾਈ ਲੈਂਥ ਉਹ ਕੈਂਸਲ ਹੋ ਗਈ ਇਹਦਾ ਮਤਲਬ ਸਾਡੇ ਕੋਲ m0 l0 ਤੇ t0 ਐਂਗਲ ਦੀ ਵੀ ਕੋਈ ਡਾਇਮੈਂਸ਼ਨ ਨਹੀਂ ਹੁੰਦੀ ਇੱਕ ਆ ਗਈ ਸਟ੍ਰੇਨ ਡਾਇਮੈਂਸ਼ਨਲੈਸ ਕੁਆਂਟੀਟੀ ਕੋਈ ਇਹਦੀ ਡਾਇਮੈਂਸ਼ਨ ਨਹੀਂ ਹੈ दूसरी ਤੁਹਾਡੇ ਕੋਲ ਆ ਗਿਆ एंगल ਇਹਦੀ ਵੀ ਜਿਹੜੀ ਹੈ ਕੋਈ डायमेंशन नहीं होती नाउ the next physical quantity is solid angle ਜਿਹੜਾ solid angle है it is 3D ਇਹ 3 dimension है ਤੇ ਜਿਹੜਾ ਅਸੀਂ ਹੁਣੇ ਐਂਗਲ ਬਾਰੇ ਪੜਿਆ ਸੀ ਉਹ ਪਲੇਨ ਐਂਗਲ ਸੀ ਇਟ ਇਜ਼ 2 ਡਾਈਮੈਂਸ਼ਨਲ ਸੋਲਿਡ ਐਂਗਲ ਜਿਹੜਾ ਹੈ 3 ਡਾਈਮੈਂਸ਼ਨ ਹੈ ਜਿਸ ਤਰ੍ਹਾਂ ਅਸੀਂ ਬਾਜ਼ਾਰ ਆਈਸਕ੍ਰੀਮ ਖਾਣ ਵਾਸਤੇ ਇੱਕ ਕੋਨ ਹੁੰਦਾ ਹੈ ਤੁਸੀਂ ਦੇਖਿਆ ਹੋਵੇਗਾ ਕੋਨ ਜਿੱਚ ਅਸੀਂ ਆਈਸਕ੍ਰੀਮ ਪਾਉਂਦੇ ਆ ਆਈਸਕ੍ਰੀਮ ਉੱਤੇ ਫਿਲ ਕਰਤੀ ਤੇ ਥੱਲੋਂ ਜਿਹੜਾ ਹੈ ਬਿਲਕੁਲ ਜਿੱਥੋਂ ਹੱਥ 'ਚ ਫੜਦੇ ਹਾਂ ਜਿਸ ਤਰ੍ਹਾਂ ਆ ਸਾਡੇ ਕੋਲ ਮੰਨ ਲਓ ਆਈਸਕ੍ਰੀਮ ਦਾ ਕੋਨ ਹੋ ਗਿਆ ਐਂਡ ਆ ਜਿਹੜਾ ਸਾਰੇ ਪਾਸੋਂ ਐਂਗਲ ਬਣਿਆ that is called solid angle ਇਹ ਸਾਰੇ ਪਾਸੋਂ ਜਿਹੜਾ ਹੈ ਇਥੋਂ ਆਏਗਾ it is a 3D ਉਹ ਸਾਰੇ ਪਾਸੋਂ ਗੋਲ ਹੁੰਦਾ ਹੈ this is called the solid angle is a 3-dimensional figure plane angle ਜਿਹੜਾ ਹੈ 2-dimensional figure ਹੈ now solid angle ਦਾ ਜਿਹੜਾ ਫਾਰਮੂਲਾ ਹੈ ਉਹ ਸਰਫੇਸ ਏਰੀਆ ਆ ਜਿਹੜਾ ਸਰਫੇਸ ਏਰੀਆ ਹੈ ਇਹਦੇ ਉੱਪਰ ਡਿਪੈਂਡ ਕਰਦਾ ਜਿੰਨਾ ਇਹ ਸਰਫੇਸ ਏਰੀਆ ਵੱਡਾ ਹੋਏਗਾ ਉਹਨਾਂ ਆਹ ਵਾਲਾ ਜਿਹੜਾ ਐਂਗਲ ਹੈ ਜਿਉਂ-ਜਿਉਂ ਇਹ ਸਰਫੇਸ ਏਰੀਆ ਵੱਡਾ ਕਰੀ ਜਾਓਗੇ ਤੇ ਆਹ ਵਾਲੇ ਜਿਹੜੇ ਐਂਗਲ ਦੀ ਜਿਹੜੀ ਹੈ ਵੈਲਿਊ ਵੀ ਜਿਹੜੀ ਹੈ ਉਹ ਵੱਧਦੀ ਜਾਏਗੀ ਇਹਦਾ ਮਤਲਬ ਡਾਇਮੈਂਸ਼ਨ ਸੋਲਿਡ ਐਂਗਲ ਦਾ ਜਿਹੜਾ ਫਾਰਮੂਲਾ ਕੀ ਬਣੇਗਾ ਸਰਫੇਸ ਏਰੀਆ ਜਿਹਦਾ ਅਸੀਂ जिन्ने हिस्से का सॉलिड एंगल निकालना है डिवाइडेड बाय स्क्वायर ऑफ रेडियस साढ़े को आ जाएगा नीचे स्क्वायर ऑफ रेडियस नाउ सरफेस एरिया ओदी डिमेंशन असी पढ़ी है लेंथ इनटू ब्रेथ एल स्क्वायर ते थल्ले आ गया रेडियस वास्ते ते लेंथ एल आएगी पर स्क्वायर ऑफ रेडियस का मतलब है कि साढ़े को लेंथ ऊपर की आ जाएगा स्क्वायर सेम L स्क्वायर ओवर L स्क्वायर कैंसिल हो गया साढ़े को अगेन m0 l0 ते साढ़े को आ जाएगा t0 ਇਹਦਾ मतलब सॉलिड एंगल ਦਾ ਵੀ ਜਿਹੜਾ ਹੈ ਕੋਈ डायमेंशन नहीं है हाँ जी बेटा क्लियर नाउ प्लेन एंगल नो डायमेंशंस सॉलिड एंगल ਇਹਦੀ ਵੀ ਕੋਈ ਜਿਹੜੀ ਹੈ डायमेंशन नहीं है स्ट्रेन ਇਹਦੀ ਵੀ ਜਿਹੜੀ ਹੈ ਸਾਡੇ ਕੋਲ डायमेंशन ਜਿਹੜੀ है कोई नहीं है नाउ नेक्स्ट it is relative density of substance divided by density of water at 4 degrees Celsius ਜਦੋਂ ਕਿਸੇ ਸਬਸਟੈਂਸ ਦੀ ਡੈਂਸਿਟੀ ਨੂੰ ਵਾਟਰ ਦੇ ਨਾਲ ਅਸੀਂ ਕੰਪੇਅਰ ਕਰੀਏ ਵਾਟਰ ਦੀ ਡੈਂਸਿਟੀ ਅਸੀਂ 4 ਡਿਗਰੀ ਸੈਲਸੀਅਸ ਤੇ ਨਿਕਾਲਦੇ ਹਾਂ ਇਹਦਾ ਐਨੋਮਲਸ ਬਿਹੇਵੀਅਰ ਹੈ ਵਾਟਰ ਦਾ ਜਦੋਂ ਵੀ ਕਿਸੇ ਸਬਸਟੈਂਸ ਦੀ ਡੈਂਸਿਟੀ ਜਿਹੜੀ ਹੈ ਵਾਟਰ ਦੇ ਨਾਲ ਅਸੀਂ ਕੰਪੇਅਰ ਕਰਦੇ ਹਾਂ ਉਦੋਂ ਵਰਡ ਆਂਦਾ ਸਾਡੇ ਕੋਲ ਰਿਲੇਟਿਵ ਡੈਂਸਿਟੀ ਇਟ ਇਜ਼ ਆਲਸੋ ਕਾਲਡ ਸਪੈਸਿਫਿਕ ਗ੍ਰੈਵਿਟੀ ਇਸ ਨੂੰ ਅਸੀਂ ਸਪੈਸਿਫਿਕ ਗ੍ਰੈਵਿਟੀ ਵੀ ਬੋਲਦੇ ਹਾਂ it is a density of any substance ਕਿਸੇ ਦੀ ਡੈਂਸਿਟੀ ਨੂੰ ਵਾਟਰ ਦੇ ਨਾਲ ਕੰਪੇਅਰ ਕਰਨਾ ਹੈ ਕਿ ਵਾਟਰ ਦੀ ਡੈਂਸਿਟੀ ਦੇ ਅਕੋਰਡਿੰਗ ਉਹਦੀ ਡੈਂਸਿਟੀ ਕਿੰਨੀ ਹੈ ਉਹ ਤੋਂ ਜ਼ਿਆਦਾ ਹੈ ਕਿ ਘੱਟ ਹੈ ਉਦੋਂ ਅਸੀਂ ਵਰਡ ਯੂਜ਼ ਕਰਦੇ ਹਾਂ ਰਿਲੇਟਿਵ ਡੈਂਸਿਟੀ ਐਂਡ ਉੱਪਰ ਡੈਂਸਿਟੀ ਨੀਚੇ ਵੀ ਸਾਡੇ ਕੋਲ ਡੈਂਸਿਟੀ ਹੀ ਹੈ ਸੇਮ ਕੁਆਂਟੀਟੀ ਦੀ ਸਾਡੀ ਰੇਸ਼ੋ ਹੋ ਗਈ ਤੇ ਜਦੋਂ ਸੇਮ ਕੁਆਂਟੀਟੀ ਦੀ ਰੇਸ਼ੋ ਆ ਗਈ
जिस तरह स्ट्रेन विच आया सी ते इहदी जिहड़ी है कोई भी डायमेंशन नहीं होएगी। इहदी डायमेंशन कितनी आएगी m0 l0 ते साडे कोल t कितना आएगा 0। relative density because it is a ratio of two quantities having same dimension, ऊपर density थल्ले भी density है ते वो आपस में कैंसल होके साडे कोल m0 l0 t 0 आ गया। ਹੁਣ ਅਸੀਂ ਅੱਜ ਜਿਹੜੀਆਂ ਨੇ ਲਗਾਤਾਰ 4 ਐਗਜ਼ਾਮਪਲਾਂ ਪੜੀਆਂ ਜਿਨ੍ਹਾਂ ਦੀ ਡਾਇਮੈਂਸ਼ਨ ਨਹੀਂ ਹੁੰਦੀ। ਉਹ ਕਿਹੜੀ ਕਿਹੜੀ ਹੈ ਅਸੀਂ ਰਿਪੀਟ ਕਰ ਲੈਂਦੇ ਆ। ਇੱਕ ਪਲੇਨ ਐਂਗਲ, ਦੂਸਰਾ ਸੋਲਿਡ ਐਂਗਲ, ਇੱਕ ਤੁਹਾਡੇ ਕੋਲ ਆ ਗਿਆ ਸਟ੍ਰੇਨ ਤੇ ਇੱਕ ਤੁਹਾਡੇ ਕੋਲ ਲਾਸਟ ਅਸੀਂ ਆ ਪੜਿਆ ਹੁਣੇ ਦਿਸ ਇਜ਼ ਦਾ ਰਿਲੇਟਿਵ ਡੈਂਸਿਟੀ। ਇਹਨਾਂ ਦੀ ਜਿਹੜੀ ਹੈ ਕੋਈ ਡਾਇਮੈਂਸ਼ਨ ਨਹੀਂ ਹੁੰਦੀ। ਨਾਓ ਕਮ ਟੂ ਨੈਕਸਟ ਪੁਆਇੰਟ। Next is torque. Torque की चीज है? The turning effect of force is called torque. For example, मेरे को पेन है, जे मैं इस तरह फोर्स लगाना है पेन के ऊपर, then it will move along this side, इधर चला जाएगा। ਤੇ ਜੇ ਮੈਂ ਫੋਰਸ ਪੈਨ ਦੇ ਉੱਪਰ ਇਸ ਤਰ੍ਹਾਂ ਲਗਾਉਣਾ ਹੈ ਤੇ ਦੇਖੋ ਤੁਸੀਂ ਇਹ ਰੋਟੇਟ ਕਰ ਗਿਆ, ਇਹ ਟਰਨ ਹੋ ਗਿਆ। ਦਿਸ ਟਰਨਿੰਗ ਇਫੈਕਟ ਆਫ ਫੋਰਸ ਇਜ਼ ਕਾਲਡ ਟਾਰਕ। ਜਦੋਂ ਅਸੀਂ ਦਰਵਾਜ਼ਾ ਖੋਲਦੇ ਆ ਜਾਂ ਵਿੰਡੋ ਖੋਲਦੇ ਆ ਅਸੀਂ ਫੋਰਸ ਲਗਾਉਂਦੇ ਆ ਤੇ ਦਰਵਾਜ਼ਾ ਜਿਹੜਾ ਹੈ ਉਹ ਟਰਨ ਕਰ ਜਾਂਦਾ, ਘੁੰਮ ਜਾਂਦਾ, ਉਹ ਸਾਡੀ ਟਾਰਕ ਹੀ ਹੈ। ਜਦੋਂ ਅਸੀਂ ਟੈਪ ਨੂੰ ਖੋਲਦੇ ਆ 2 ਫਿੰਗਰ ਦੇ ਨਾਲ ਅਸੀਂ ਫੋਰਸ ਲਗਾਉਂਦੇ ਆ ਉਦੋਂ ਵੀ ਜਿਹੜੀ ਹੈ ਟੈਪ ਦਾ ਉੱਪਰਲਾ ਹਿੱਸਾ ਜਿਹੜਾ ਉਹ ਰੋਟੇਟ ਕਰਦਾ ਹੈ। ਦਿਸ ਇਜ਼ ਡਿਊ ਟੂ ਦਾ ਟਾਰਕ ਐਕਟਿੰਗ। ਟਾਰਕ ਇਜ਼ ਜਸਟ ਏ ਟਰਨਿੰਗ ਇਫੈਕਟ ਆਫ ਫੋਰਸ। ਜਦੋਂ ਫੋਰਸ ਕਰਕੇ ਕਿਤੇ ਰੋਟੇਸ਼ਨ ਪੈਦਾ ਹੁੰਦੀ ਹੈ ਉਸ ਨੂੰ ਅਸੀਂ ਬੋਲਦੇ ਹਾਂ ਟਾਰਕ। ਕਈ ਵਾਰੀ ਤੁਸੀਂ ਦੇਖਿਆ ਹੋਣਾ ਕਿ ਬੱਚੇ ਜਿਹੜੇ ਹੁੰਦੇ ਉਹ ਟਾਇਰ ਪਕੜਿਆ ਹੁੰਦਾ ਉਹਨਾਂ ਨੇ ਤੇ ਉਹਦੇ ਨਾਲ ਜਿਹੜੀ ਇੱਕ ਸਟਿਕ ਦੇ ਨਾਲ ਮਾਰਦੇ ਆ ਤੇ ਟਾਇਰ ਜਿਹੜਾ ਰੋਟੇਟ ਕਰਦਾ ਜਾਂਦਾ ਹੈ। ਉਹ ਜਦੋਂ ਫੋਰਸ ਲਗਾਉਂਦੇ ਆ ਉਹ ਰੋਟੇਸ਼ਨ ਪੈਦਾ ਹੋ ਰਹੀ ਹੈ, that is due to the torque acting on the rubber tire. Now what is the formula for torque? It is given by force multiplied by perpendicular distance. ਇਹ ਤੁਸੀਂ ਅਗਲੇ ਚੈਪਟਰਾਂ 'ਚ ਅਸੀਂ ਪੜਾਂਗੇ। ਤੁਸੀਂ ਹਲੇ ਨੇ ਯਾਦ ਰੱਖਣਾ ਹੈ ਕਿ ਟਾਰਕ ਦਾ ਫਾਰਮੂਲਾ force into perpendicular distance. Now what is force? m1 l1 t minus 2 ਇਹਨੂੰ ਤੇ ਤੁਹਾਨੂੰ ਯਾਦ ਕਰਨਾ ਹੀ ਪਏਗਾ। ਨਾਓ ਮਲਟੀਪਲਾਈ ਬਾਈ ਡਿਸਟੈਂਸ, ਡਿਸਟੈਂਸ ਜਿਹੜਾ ਮਰਜੀ ਹੋਵੇ ਉਹਦੇ ਵਾਸਤੇ ਸਾਡੇ ਕੋਲ ਲੈਂਥ ਹੀ ਆਏਗੀ, ਉੱਪਰ ਪਾਵਰ 1। ਨਾਓ m ਉੱਪਰ 1 ਹੀ ਰਹਿ ਗਿਆ, l ਵਾਲੀਆਂ ਟਰਮਾਂ ਇਕੱਠੀਆਂ ਕਰ ਲਓ, ਸਾਡੇ ਕੋਲ ਕਿੰਨਾ ਆ ਗਿਆ l ਉੱਪਰ ਆ ਗਿਆ 2 ਤੇ t ਉੱਪਰ ਆ ਗਿਆ -2। This is the dimensional formula for torque. ਇਹ ਫਾਰਮੂਲਾ ਜਿਹੜਾ ਹੈ ਤੁਸੀਂ ਦੇਖਿਆ ਹੋਣਾ ਹੈ ਵਰਕ ਦਾ ਵੀ ਡਾਇਮੈਂਸ਼ਨ ਫਾਰਮੂਲਾ ਸੇਮ ਹੀ ਹੈ, ਬਿਕੋਜ਼ ਵਰਕ ਇਜ਼ ਆਲਸੋ ਗਿਵਨ ਬਾਈ ਫੋਰਸ ਮਲਟੀਪਲਾਈ ਬਾਈ ਡਿਸਪਲੇਸਮੈਂਟ। ਇੱਥੇ ਫੋਰਸ ਇਨਟੂ ਪਰਪੈਂਡੀਕੂਲਰ ਆਂਦਾ ਹੈ, ਉੱਥੇ ਅਸੀਂ ਪਰਪੈਂਡੀਕੂਲਰ ਵਰਡ ਨਹੀਂ ਲਿਖਦੇ, ਪਰ ਦੋਨਾਂ ਦੀ ਡਾਇਮੈਂਸ਼ਨ ਜਿਹੜੀਆਂ ਨੇ ਉਹ ਸੇਮ ਆ ਗਈਆਂ। ਇਸ ਤਰ੍ਹਾਂ ਬੇਟਾ ਸਾਡੇ ਕੋਲ ਕਈ ਫਿਜ਼ੀਕਲ ਕੁਆਂਟੀਟੀਜ਼ ਆਉਣਗੀਆਂ ਜਿਨ੍ਹਾਂ ਦੀ ਡਾਇਮੈਂਸ਼ਨ ਸੇਮ ਹੋ ਸਕਦੀਆਂ ਨੇ। ਹੁਣ ਸਾਡੇ ਕੋਲ ਕਿਹੜੇ ਕਿਹੜੇ ਪੇਅਰ ਬਣ ਗਏ? ਇੱਕ ਸਾਡਾ ਬਣਿਆ ਸੀ ਇੰਪਲਸ, ਉਹ ਮੈਂ ਅਖੀਰ 'ਚ ਲਿਖਾਂਗਾ, ਇੰਪਲਸ ਦੇ ਨਾਲ ਲੀਨੀਅਰ ਮੋਮੈਂਟਮ। ਇੱਕ ਬਣਿਆ ਸੀ ਸਾਡੇ ਕੋਲ ਸਟ੍ਰੈਸ ਦੇ ਨਾਲ ਪ੍ਰੈਸ਼ਰ, ਤੇ ਇੱਕ ਤੁਹਾਡੇ ਕੋਲ ਜਿਹੜਾ ਹੈ ਟਾਰਕ ਤੇ ਵਰਕ, ਇਹਨਾਂ ਦੀ ਡਾਇਮੈਂਸ਼ਨ ਜਿਹੜੀ ਹੈ ਉਹ ਸੇਮ ਹੈ। ਜੇ ਇਹਦਾ ਯੂਨਿਟ ਅਸੀਂ ਵਰਕ ਲਿਖਦੇ ਆ, ਪਰ ਇਹਦਾ ਯੂਨਿਟ ਜਿਹੜਾ ਜਾਊਲ ਹੈ ਨਾ, ਇਹਨੂੰ ਅਸੀਂ ਜਾਊਲ ਨਹੀਂ ਲਿਖਦੇ। ਟਾਰਕ ਦਾ ਯੂਨਿਟ ਅਸੀਂ ਜਿਹੜਾ ਸਹੀ ਜਾਊਲ ਨਹੀਂ ਲਿਖਾਂਗੇ, ਪਰ ਵਰਕ ਦਾ ਯੂਨਿਟ ਜਾਊਲ ਹੈ, ਲੇਕਿਨ ਡਾਇਮੈਂਸ਼ਨਸ ਜਿਹੜੀਆਂ ਨੇ ਇਹਨਾਂ ਦੀਆਂ ਜਿਹੜੀਆਂ ਉਹ ਦੋਨਾਂ ਦੀਆਂ ਉਹ ਸੇਮ ਹੁੰਦੀਆਂ ਨੇ। ਨਾਓ ਨੈਕਸਟ, ਇਸ ਤੋਂ ਬਾਅਦ ਸਾਡੇ ਕੋਲ ਜਿਹੜੀ ਟਰਮ ਆ ਰਹੀ ਹੈ ਫ੍ਰੀਕੁਐਂਸੀ। ਫ੍ਰੀਕੁਐਂਸੀ ਦਾ ਮਤਲਬ ਨੰਬਰ ਆਫ ਔਸੀਲੇਸ਼ਨ ਪਰ ਸੈਕਿੰਡ। ਇੱਕ ਸੈਕਿੰਡ ਦੇ ਵਿੱਚ ਕਿੰਨੇ ਸਾਈਕਲ ਪੂਰੇ ਹੁੰਦੇ ਨੇ? ਕੋਈ ਇਵੈਂਟ ਚੱਲ ਰਹੀ ਹੈ, ਇੱਕ ਸੈਕਿੰਡ ਦੇ ਵਿੱਚ ਉਹ ਕਿੰਨੀ ਵਾਰੀ ਕੰਪਲੀਟ ਚੱਕਰ ਲਗਾ ਸਕਦਾ ਹੈ, that is called frequency. ਫ੍ਰੀਕੁਐਂਸੀ ਦਾ ਯੂਨਿਟ ਜਿਹੜਾ ਹੈ ਅਸੀਂ ਹਰਟਜ਼ ਲਿਖਦੇ ਹਾਂ। ਫ੍ਰੀਕੁਐਂਸੀ ਵਾਸਤੇ ਜਿਹੜਾ ਯੂਨਿਟ ਚੱਲਦਾ ਹੈ ਹਰਟਜ਼, ਸਾਇੰਟਿਸਟ ਦਾ ਨੇਮ ਹੈ, ਐਂਡ it is a number of
oscillation per second। ਇਹ ਨੰਬਰ ਆਫ oscillation ਜਿਹੜੀ ਹੈ ਪਰ ਸੈਕੰਡ ਇਹਨੂੰ ਰਿਪਰੈਜ਼ੈਂਟ ਕਰਦਾ ਹੈ। ਜਿਵੇਂ ਸਾਡੇ ਘਰਾਂ ਵਿੱਚ ਕਰੰਟ ਆਉਂਦਾ ਹੈ AC, ਇਹਦੀ ਜਿਹੜੀ ਫ੍ਰੀਕੁਐਂਸੀ ਜਿਹੜੀ ਅਸੀਂ ਲੈਨੇ ਹਾਂ 50 ਹਰਟਜ਼ 50 ਸਾਈਕਲ ਪਰ ਸੈਕੰਡ, ਇੱਕ ਸੈਕੰਡ ਵਿੱਚ ਇਹ 50 ਸਾਈਕਲ ਜਿਹੜਾ ਹੈ ਪੂਰਾ ਕਰਦਾ ਹੈ। ਨਾਓ ਫ੍ਰੀਕੁਐਂਸੀ ਇਜ਼ ਦਾ ਨੰਬਰ ਆਫ oscillation, नीचे आ गया पर सेकंड, नंबर ऑफ oscillation पर सेकंड। जिथे पर आंदा है ਉਹਦਾ मतलब ਹੁੰਦਾ है कि डिवाइड करके लिखना है। नंबर ऑफ oscillation पर सेकंड। नाउ इट इज जस्ट ए नंबर, नंबर इज ए कांस्टेंट 2 3 4, इनको आगे डिस्कस करते हैं। नंबर दी कोई डिमेंशन नहीं। ऊपर आ गया 1, नीचे सेकंड, सेकंड वास्ते साडे कोल आ गया t। इट इज नंबर ऑफ oscillation, गिनती है। मान लो 50 नंबर है, 25 ਇਹਦੀ कोई डिमेंशन नहीं। नाउ नंबर ऑफ oscillation पर सेकंड, टाइम नीचे ऊपर चला जाएगा। साडे कोल की आया m ते है नहीं 0, ते l भी नहीं आ रहा 0, ते साडे कोल आ जाएगा t - 1। इट इज द नंबर ऑफ oscillation पर सेकंड। दिस इज द फ्रीक्वेंसी m0 l0 t - 1। टाइम दा रेसिप्रोकल, ਇਹ याद रखना है। फ्रीक्वेंसी ਜਿਹੜੀ ਹੈ टाइम पीरियड ਦਾ रेसिप्रोकल है। जे टाइम ਦੀ ਡਿਮੈਂਸ਼ਨ ਕਰਦੇ ਆ ਤੇ ਇੱਥੇ ਪਲੱਸ ਆਉਂਦਾ ਹੈ, ਪਰ ਫ੍ਰੀਕੁਐਂਸੀ ਵਾਸਤੇ ਸਾਡੇ ਕੋਲ ਮਾਈਨਸ ਆਉਂਦਾ ਹੈ। ਫ੍ਰੀਕੁਐਂਸੀ ਇਜ਼ ਦਾ ਰੈਸਿਪਰੋਕਲ ਆਫ ਦਾ ਟਾਈਮ ਪੀਰੀਅਡ। ਇਹਨਾਂ ਨੂੰ ਅਸੀਂ ਬਾਅਦ ਚੋਂ ਡਿਸਕਸ ਕਰਦੇ ਰਵਾਂਗੇ। ਨਾਓ ਦਾ ਨੈਕਸਟ ਜਿਹੜਾ ਹੈ ਸਾਡੇ ਕੋਲ ਜਿਹੜੀ ਟਰਮ ਆ ਰਹੀ ਹੈ, ਇਟ ਇਜ਼ angular velocity। next term is angular velocity। angular velocity ਕਿਹਦੇ ਇਕੁਅਲ ਹੈ? ਸਾਡੇ ਕੋਲ ਆ ਜਾਏਗਾ angular displacement divided by time taken। ऊपर आ गया angular displacement। एंगुलर डिस्प्लेसमेंट ਜਿਹੜਾ ਹੈ वर्ड देखो एंगल। एंगुलर डिस्प्लेसमेंट ਦਾ मतलब ਹੁੰਦਾ ਹੈ, मान लो ਇਹ सर्कल है, बॉडी पहला मान लो A पॉइंट ਤੇ ਹੈ, बॉडी A पॉइंट ਤੋਂ ਜਦੋਂ B ਤੇ ਪਹੁੰਚ ਗਈ, ਪਹਿਲਾਂ बॉडी ਇੱਥੇ ਸੀ, ਉਹਦਾ ਸੈਂਟਰ ਤੋਂ ਆ ਡਿਸਟੈਂਸ ਹੈ, ਜਦੋਂ बॉडी B ਤੇ ਪਹੁੰਚੀ ਦੈਨ ਆ ਐਂਗਲ ਜਿਹੜਾ ਨੇ ਕਵਰ ਕੀਤਾ। ਜਦੋਂ बॉडी ਕਿਸ ਸਰਕਲ ਚ ਮੂਵ ਕਰਦੀ ਹੈ, A पॉइंट ਤੋਂ मान लो B पॉइंट ਤੇ ਗਈ, ਤੇ ਜਿਹੜਾ ਉਹਨੇ ਆ ਐਂਗਲ ਕਵਰ ਕੀਤਾ, that is called angular displacement। angular displacement is simple angle, ਤੇ ਐਂਗਲ ਦੀ ਕੋਈ ਡਾਇਮੈਂਸ਼ਨ ਨਹੀਂ ਹੁੰਦੀ। ਇਸ ਕਰਕੇ ਸਾਡੇ ਕੋਲ ਕੀ ਆ ਜਾਏਗਾ, ਸਾਡੇ ਕੋਲ ਉੱਪਰ ਸਾਡੇ ਕੋਲ 1, ਨੀਚੇ ਆ ਗਿਆ ਸਾਡੇ ਕੋਲ ਟਾਈਮ ਪੀਰੀਅਡ, ਤੇ ਟਾਈਮ ਪੀਰੀਅਡ ਵਾਸਤੇ ਸਾਡੇ ਕੋਲ ਲਿਖਾਂਗੇ t and it is equal to m0। ਅੱਗੇ ਆ ਗਿਆ ਸਾਡੇ ਕੋਲ l0 ਤੇ t - 1। this is the formula for dimensional formula for angular velocity, m0 l0 t - 1। ਤੇ ਇਹ ਹੁਣੇ ਤੁਸੀਂ ਫਾਰਮੂਲਾ ਪੜਿਆ, it is also the dimensional formula for frequency ਤੇ angular velocity, ਇਹਨਾਂ ਵਿੱਚ ਰਿਲੇਸ਼ਨ ਵੀ ਹੈ। एंगुलर वेलोसिटी मेगा इज इक्वल टू पाई न्यू। ਇਹ ਰਿਲੇਸ਼ਨ ਜਿਹੜਾ ਹੈ ਤੁਸੀਂ ਇਹ ਬਾਅਦ ਚ ਪੜਨਾ ਹੈ, ਹਲੇ ਯਾਦ ਰੱਖਣਾ ਹੈ। ਪਹਿਲਾਂ ਤੇ ਮੇਨ ਸਿਰਫ ਤੁਸੀਂ ਜਿਹੜੇ ਨੇ ਫਾਰਮੂਲੇ ਹੀ ਯਾਦ ਰੱਖਣੇ। ਨਾਓ ਸਾਡੇ ਕੋਲ ਜਿੰਨੀਆਂ ਵੀ ਫਿਜ਼ੀਕਲ ਕੁਆਂਟੀਟੀਆਂ ਨੇ, ਤੇ ਜਿੰਨੀਆਂ ਮੈਂ ਹੁਣ ਤੱਕ ਕਰਵਾਈਆਂ ਤੁਹਾਨੂੰ 2 ਲੈਕਚਰ ਦੇ ਵਿੱਚ, ਇਹ ਸਿਰਫ ਤੇ ਸਿਰਫ ਮੈਂ +1 ਦੇ ਸਿਲੇਬਸ ਦੇ ਅਕੋਰਡਿੰਗ ਹੀ ਕਰਾ ਰਿਹਾ ਕਿ ਜਿਹੜੀਆਂ ਸਾਨੂੰ +1 ਦੇ ਵਿੱਚ ਜਿਹੜੀਆਂ ਹੈ ਟਰਮਸ ਜਿਹੜੀਆਂ ਯੂਜ਼ ਹੋਣੀਆਂ ਉਹਦੇ ਅਕੋਰਡਿੰਗ ਅਸੀਂ ਚੱਲਦੇ ਹੋਏ। ਜਿੰਨੀਆਂ ਵੀ ਫਿਜ਼ੀਕਲ ਕੁਆਂਟੀਟੀਆਂ ਨੇ ਉਹਨਾਂ ਨੂੰ ਅਸੀਂ 4 ਪਾਰਟ ਦੇ ਵਿੱਚ ਜਿਹੜਾ ਹੈ ਡਿਵਾਈਡ ਕਰ ਦਿੱਤਾ ਹੈ। ਹੁਣ ਇਹ ਯਾਦ ਰੱਖਣਾ ਹੈ ਕਿ 4 ਪਾਰਟਸ ਸਾਡੇ ਕਿਹੜੇ ਨੇ, ਇਹਨਾਂ ਦੀ ਡਿਮੈਂਸ਼ਨ ਦੇਖਦੇ ਹੋਇਆ। ਨੰਬਰ 1 पहला आएगा साडे को डायमेंशनल कांस्टेंट।
ਉਹ ਫਿਜ਼ੀਕਲ ਕੁਆਂਟੀਟੀ ਜਿਨ੍ਹਾਂ ਦੀ ਡਾਈਮੈਂਸ਼ਨ ਹੈ ਪਰ ਉਹਨਾਂ ਦੀ ਜਿਹੜੀ ਵੈਲਿਊ ਰਹੇਗੀ ਕਾਂਸਟੈਂਟ, ਹਮੇਸ਼ਾ ਸੇਮ ਰਹਿੰਦੀ ਹੈ, ਉਹਨੂੰ ਅਸੀਂ ਡਾਈਮੈਂਸ਼ਨਲ ਕਾਂਸਟੈਂਟ ਬੋਲਦੇ ਹਾਂ। ਉਹ ਫਿਜ਼ੀਕਲ ਕੁਆਂਟੀਟੀ ਜਿਨ੍ਹਾਂ ਦਾ ਡਾਈਮੈਂਸ਼ਨ ਫਾਰਮੂਲਾ ਹੈ ਪਰ ਉਹਨਾਂ ਦੀ ਜਿਹੜੀ ਵੈਲਿਊ ਹੈ ਹਮੇਸ਼ਾ ਹੀ ਕਾਂਸਟੈਂਟ ਰਹਿੰਦੀ ਹੈ, ਉਸ ਨੂੰ ਅਸੀਂ ਬੋਲਦੇ ਹਾਂ ਡਾਈਮੈਂਸ਼ਨਲ ਕਾਂਸਟੈਂਟ। ਹਾਲੇ ਮੈਂ ਇਹਦੇ ਬਾਰੇ ਕੋਈ ਵੀ ਗੱਲ ਨਹੀਂ ਕੀਤੀ। ਫॉर एग्जांपल स्पीड ऑफ लाइट, इट इज डायमेंशनल कांस्टेंट। ग्रेविटेशनल कांस्टेंट ਜਿਹਨੂੰ ਅਸੀਂ यूनिवर्सल ग्रेविटेशनल कांस्टेंट बोलते हैं, प्लैंक्स कांस्टेंट हो गया, गैस कांस्टेंट हो गया, ऑल दीज आर कॉल्ड डायमेंशनल कांस्टेंट। इन्हां दी डायमेंशन है बट इन्हां दी वैल्यू ਜਿਹੜੀ ਹੈ ਉਹ ਫਿਕਸ ਹੈ। ਇਹ ਮੈਂ ਨੈਕਸਟ ਲੈਕਚਰ ਵਿੱਚ ਡਿਸਕਸ ਕਰਾਂਗਾ। ਦੂਸਰਾ ਸਾਡੇ ਕੋਲ ਆ ਗਿਆ ਨॉन ਡਾਈਮੈਂਸ਼ਨਲ ਕਾਂਸਟੈਂਟ। ਇਹ ਉਹ ਨੇ ਜਿਨ੍ਹਾਂ ਦੀ ਵੈਲਿਊ ਤੇ ਕਾਂਸਟੈਂਟ ਹੈ ਪਰ ਇਹਨਾਂ ਦੀ ਕੋਈ ਡਾਈਮੈਂਸ਼ਨ ਨਹੀਂ ਹੁੰਦੀ। ਫॉर एग्जांपल ਨੰਬਰ ਸਿਸਟਮ 1 2 3 4 5, ਇਹਨਾਂ ਦੀ ਕੋਈ ਡਾਈਮੈਂਸ਼ਨ ਨਹੀਂ ਹੈ। ਅਸੀਂ ਪਾਈ ਬਾਰੇ ਪੜਿਆ, ਪਾਈ ਦੀ ਵੈਲਿਊ ਜਿਹੜੀ ਹੈ 22/7 ਇੱਕ ਐਕਸਪੋਨੈਂਸ਼ੀਅਲ ਟਰਮ ਹੁੰਦੀ ਹੈ, ਠੀਕ ਹੈ, 2.732 ਇਹਦੀ ਵੈਲਿਊ ਹੈ। ਇਹ ਸਾਰੇ ਕਾਂਸਟੈਂਟ ਨੇ, ਇਹਨਾਂ ਦੀ ਕੋਈ ਡਾਈਮੈਂਸ਼ਨ ਵੀ ਨਹੀਂ ਹੁੰਦੀ। ਇਹਦਾ ਮਤਲਬ ਦੋ ਤਰ੍ਹਾਂ ਦੇ ਕਾਂਸਟੈਂਟ, ਇੱਕ ਦੀ ਡਾਈਮੈਂਸ਼ਨ ਹੁੰਦੀ ਹੈ ਵੈਲਿਊ ਫਿਕਸ, ਇੱਕ ਦੂਸਰੇ ਨੇ ਜਿਨ੍ਹਾਂ ਦੀ ਡਾਈਮੈਂਸ਼ਨ ਵੀ ਨਹੀਂ ਹੁੰਦੀ ਪਰ ਵੈਲਿਊ ਕਾਂਸਟੈਂਟ ਹੈ। ਇਹਦੇ ਚ ਕਿਹੜੇ ਆਉਂਦੇ ਨੇ? ਜਿੰਨਾ ਵੀ ਨੰਬਰ ਸਿਸਟਮ ਹੈ 1 2 3, ਨੈਚੁਰਲ ਨੰਬਰ, ਰੀਅਲ ਨੰਬਰ, ਇਹ ਸਾਰੇ ਜਿਹੜੇ ਐਸੇ ਨੰਬਰ ਨੇ ਜਿਨ੍ਹਾਂ ਦੀ ਕੋਈ ਡਾਈਮੈਂਸ਼ਨ ਨਹੀਂ ਹੈ ਬਟ ਦੇ ਆਰ ਕਾਂਸਟੈਂਟ। ਇਸ ਤੋਂ ਬਾਅਦ ਸਾਡੇ ਕੋਲ ਜਿਹੜੀ ਨਵੀਂ ਟਰਮ ਆਏਗੀ ਉਹ ਆਏਗੀ ਸਾਡੇ ਕੋਲ ਡਾਈਮੈਂਸ਼ਨਲ ਵੇਰੀਏਬਲ। ਡਾਈਮੈਂਸ਼ਨਲ ਵੇਰੀਏਬਲ ਉਹ ਨੇ ਜਿਨ੍ਹਾਂ ਦੀ ਡਾਈਮੈਂਸ਼ਨ ਵੀ ਹੋਏਗੀ ਤੇ ਜਿਨ੍ਹਾਂ ਦੀ ਵੈਲਿਊ ਜਿਹੜੀ ਹੈ ਉਹ ਚੇਂਜ ਵੀ ਹੁੰਦੀ ਹੈ। ਜਿਸ ਤਰ੍ਹਾਂ ਸਟ੍ਰੈਸ ਪੜਿਆ, ਸਟ੍ਰੇਨ ਪੜਿਆ, ਜਿੰਨੀਆਂ ਵੀ ਅਸੀਂ ਫਿਜ਼ੀਕਲ ਕੁਆਂਟੀਟੀ ਦੀ ਡਾਈਮੈਂਸ਼ਨ ਪੜ੍ਹੀ ਹੈ, ਉਸ ਪਲੇਨ ਐਂਗਲ, ਸੋਲਿਡ ਐਂਗਲ, ਇਹ ਡਾਈਮੈਂਸ਼ਨਲ ਵੇਰੀਏਬਲ ਨੇ। ਪਲੇਨ ਐਂਗਲ, ਸੋਲਿਡ ਐਂਗਲ ਨੂੰ ਅਸੀਂ ਨਹੀਂ ਬੋਲਾਂਗੇ, ਉਹਨਾਂ ਦੀ ਡਾਈਮੈਂਸ਼ਨ ਨਹੀਂ ਹੈ, ਉਹ ਨੈਕਸਟ ਪਾਉਂਦੇ ਆ। ਅੱਗੇ ਆ ਗਿਆ ਸਾਡੇ ਕੋਲ ਨॉन ਡਾਈਮੈਂਸ਼ਨਲ ਜਿਹੜੇ ਸਾਡੇ ਕੋਲ ਵੇਰੀਏਬਲ ਆ ਗਏ। ਇਹ ਉਹ ਵੇਰੀਏਬਲ ਨੇ ਜਿਨ੍ਹਾਂ ਦੀ ਡਾਈਮੈਂਸ਼ਨ ਜਿਹੜੀ ਹੈ ਨਹੀਂ ਹੈ। ਇਹ ਚਾਰਾਂ ਚੀਜ਼ਾਂ ਨੂੰ ਮੈਂ ਜਿਹੜਾ ਹੈ ਡਿਟੇਲ ਦੇ ਵਿੱਚ ਅਸੀਂ ਨੈਕਸਟ ਲੈਕਚਰ ਦੇ ਵਿੱਚ ਜਿਹੜਾ ਆਪਾਂ ਸਟੱਡੀ ਕਰਾਂਗੇ। ਨੈਕਸਟ ਲੈਕਚਰ ਦੇ ਵਿੱਚ ਅਸੀਂ ਜਿਹੜਾ ਹੈ ਕੁਝ ਨੂਮੈਰੀਕਲਸ ਵੀ ਜਿਹੜੇ ਨੇ ਡਾਈਮੈਂਸ਼ਨ ਐਨਾਲਿਸਿਸ ਦੇ ਸਟੱਡੀ ਕਰਨੇ ਨੇ, ਤੇ ਤੁਹਾਨੂੰ ਰਿਕੁਐਸਟ ਹੈ ਕਿ ਆਪਣੇ ਡਾਈਮੈਂਸ਼ਨਸ ਜਿਹੜੀਆਂ ਨੇ